सर्दियां आ गई ने, जोड़ां 'च दर्द कईयां दे होणियां शुरू हो जाणगियां, तां इस तो किद्दां बचा कीता जा सकदा ते हुंदी क्यों है इस मौसम दे विच? ਅਸੀਂ ਬਹੁਤ ਐਕਸਟ੍ਰੀਮ ਟੈਂਪਰੇਚਰ ਦੇਖਦੇ ਹਾਂ ਜਦੋਂ ਗਰਮੀਆਂ 'ਚ 40-45 ਡਿਗਰੀ ਦੇ ਕਰੀਬ, ਸਰਦੀਆਂ ਦੇ ਵਿੱਚ ਸਿਰਫ 5 ਡਿਗਰੀ, ਕਈ ਵਾਰ 2 ਡਿਗਰੀ ਤੱਕ ਟੈਂਪਰੇਚਰ ਜਾਂਦਾ ਹੈ। ਉਹਦੇ ਕਈ ਕਾਰਨ, ਸਭ ਤੋਂ ਵੱਡਾ ਕਾਰਨ ਇਹ ਕਿ ਜਿਹੜਾ ਜੁਆਇੰਟ ਫਲੂਇਡ ਹੁੰਦਾ, ਜਿਹੜੇ ਜੁਆਇੰਟ ਦੇ ਆਸ-ਪਾਸ ਇੱਕ ਫਲੂਇਡ ਮੇਨਟੇਨ ਹੈ, ਉਸ ਫਲੂਇਡ ਦੀ ਥਿਕਨਿੰਗ ਹੋ ਜਾਂਦੀ ਹੈ, ਉਹ ਗਾੜਾ ਹੋ ਜਾਂਦਾ ਹੈ। ਉਹਦੇ ਕਰਕੇ ਮੋਬਿਲਾਈਜੇਸ਼ਨ ਅਸੀਂ ਕਰਦੇ ਨਹੀਂ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਲੋਕੀ ਜਿਮਸ ਵੀ ਜਾਂਦੇ ਆ, ਲੋਕੀ ਐਕਸਰਸਾਈਜ਼ ਵੀ ਕਰਦੇ ਨੇ, ਜਿਹੜੇ ਨੌਜਵਾਨ ਹੁੰਦੇ ਆ ਤਾਂ ਸਰਦੀਆਂ ਦੇ ਵਿੱਚ ਉਹਨਾਂ ਨੂੰ ਵੀ ਇੱਕੋ ਦਮ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ। ਜਿਸ ਤਰ੍ਹਾਂ ਕੋਈ ਗਠੀਏ ਦਾ ਮਰੀਜ਼ ਹੈ ਜਾਂ ਜਿਹਨੂੰ ਕੋਈ ਗ੍ਰੇਡ 2 ਗ੍ਰੇਡ 3 ਦੀ ਆਰਥਰਾਈਟਿਸ ਦੀਆਂ ਚੇਂਜਸ ਹੈਗੀਆਂ ਗੋਡਿਆਂ ਦੇ ਵਿੱਚ ਜਾਂ ਚੂਲੇ ਦੇ ਵਿੱਚ, ਗਿੱਟੇ 'ਚ ਪਹਿਲਾਂ ਹੀ ਦਰਦ ਸੀਗੀ, ਉਹ ਸਰਦੀਆਂ 'ਚ ਹੋਰ ਸਟਿਫ ਹੋ ਜਾਂਦਾ ਹੈ। ਦਾਲਾਂ, ਚਨੇ, ਇਹ ਜਿਹੜੇ ਪ੍ਰੋਟੀਨ ਦੇ ਸੋਰਸਿਸ ਹੈ, ਇੱਕ ਵੈਜੀਟੇਰੀਅਨ ਡਾਈਟ ਦੇ ਵਿੱਚ ਜਿਹੜੇ ਪ੍ਰੋਟੀਨ ਦੇ ਸੋਰਸਿਸ ਹੈ, ਇਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਅਲਸੀ, ਚੀਆ ਸੀਡਸ, ਫਲੈਕਸ ਸੀਡਸ, ਗ੍ਰੀਨ ਟੀ, ਨੈਚੁਰਲ ਐਂਟੀਆਕਸੀਡੈਂਟਸ ਜਿਸ ਤਰ੍ਹਾਂ ਗਾਰਲਿਕ, ਸਿਰਕੇ ਵਾਲਾ ਪਿਆਜ਼, ਇਹਨਾਂ ਸਾਰੀਆਂ ਚੀਜ਼ਾਂ ਦਾ ਆਪਣੇ ਆਪ ਦੇ ਵਿੱਚ ਬਹੁਤ ਰੋਲ ਹੈ। अपने टेबल की हाइट, अपने चेयर की हाइट, जो पीसी यूज़ करते हो तो पीसी का लैवल, कीबोर्ड का लैवल, एवरीथिंग हैज़ टू बी वेरी वेरी करैक्ट। वी नो कि किहड़े एंगल ते कीबोर्ड होना चाहिए है, रिस्ट लैवल ते, आई लैवल ते मॉनिटर होना चाहिए है, अख बहुत ज़्यादा ऊपर या बहुत ज़्यादा नीचे ना हो, असीं घंटों घंटे बैठ के काम ना करिए। चाहे टी ब्रेक है, चाहे किसी कलीग नूं मिलन चले गए, चाहे बाहर ही छोटी जी 5 मिनट की वॉक करन चले गए। ਵੱਧ ਐਕਸਰਸਾਈਜ਼ ਨਾਲ ਵੀ ਜੁਆਇੰਟਸ ਪੇਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਰਦੀਆਂ ਦੇ ਵਿੱਚ, ਇਦਾਂ ਹੁੰਦਾ ਕੁਝ? ਜੁਆਇੰਟ ਨੂੰ ਜਾਂ ਐਕਸਰਸਾਈਜ਼ ਨੂੰ ਉਨਾ ਹੀ ਕੀਤਾ ਜਾਏ ਜਿੰਨਾ ਕਿ ਸਾਨੂੰ ਇੱਕ ਨਾਰਮਲ ਹੈਲਦੀ ਲਾਈਫ ਮੇਨਟੇਨ ਕਰਨ ਲਈ ਜ਼ਰੂਰੀ ਹੈ। ਬਜ਼ੁਰਗਾਂ ਨੂੰ ਆਪਣੀ ਲਿਮਿਟ ਪਤਾ ਹੋਣੀ ਜ਼ਰੂਰੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਪਤਾ ਹੈ ਕਿ ਸਾਨੂੰ ਨੀ ਪੇਨ ਹੈ ਫਿਰ ਵੀ ਅਸੀਂ ਦੇ ਐਕਸਰਸਾਈਜ਼ ਦੇ ਜ਼ੋਰ ਲਾਈ ਜਾਈਏ। ਆਪਣੀ ਲਿਮਿਟ ਰੈਕਗਨਾਈਜ਼ ਕਰਨਾ, ਉਸ ਲਿਮਿਟ ਦੇ ਵਿੱਚ, ਉਸ ਹੱਦ ਦੇ ਵਿੱਚ ਰਹਿ ਕੇ ਕੰਮ ਕਰਨਾ, ਉਸ ਹੱਦ ਦੇ ਵਿੱਚ ਰਹਿ ਕੇ ਐਕਸਰਸਾਈਜ਼ ਕਰਨੀ। ਸਰਦੀਆਂ ਦੇ ਵਿੱਚ ਜਦੋਂ ਸਾਨੂੰ ਪਤਾ ਹੈ ਕਿ ਜੁਆਇੰਟ ਪੇਨਸ ਨੇ ਵਧਣਾ ਹੈ, ਜੁਆਇੰਟ ਦੀ ਪ੍ਰੋਬਲਮ ਨੇ ਵਧਣਾ ਹੈ, ਇਸ ਟਾਈਮ ਤੇ ਆਪਣੇ ਵੱਲ ਥੋੜਾ ਧਿਆਨ ਦਿੱਤਾ ਜਾਏ। ਆਪਣੀ ਹੈਲਥ ਨੂੰ ਅਸੀਂ ਪਿੱਛੇ ਰੱਖਦੇ ਹਾਂ, ਆਪਣੇ ਕੰਮ ਨੂੰ, ਫੈਮਿਲੀ ਨੂੰ, ਈਵਨ ਐਂਟਰਟੇਨਮੈਂਟ ਨੂੰ, ਪਾਰਟੀਜ਼ ਨੂੰ, ਲੋਕਾਂ ਦੇ ਨਾਲ ਸੋਸ਼ਲਾਈਜ਼ਿੰਗ ਨੂੰ ਅਸੀਂ ਪਹਿਲਾਂ ਰੱਖਦੇ ਹਾਂ। ਇੰਡੀਆ ਦੇ ਵਿੱਚ ਤੁਸੀਂ ਜ਼ਰੂਰ ਕਿਹਾ ਵੀ ਡਾਕਟਰਸ ਆਰਾਮ ਨਾਲ ਮਿਲ ਜਾਂਦੇ ਆ, ਵੀ ਤੁਸੀਂ ਜਾ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਇੱਥੇ ਆਪ ਵੀ ਲੋਕੀ ਜਿਹੜੇ ਨੇ ਆਪਣੇ ਆਪ ਨੂੰ ਕਈ ਵਾਰੀ ਡਾਕਟਰ ਸਮਝਣ ਲੱਗ ਜਾਂਦੇ ਆ, ਆਪ ਇਲਾਜ ਸਭ ਤੋਂ ਪਹਿਲਾਂ ਕਰਨ ਲੱਗ ਜਾਂਦੇ। ਕਿਸੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸ਼ੂਗਰ ਹੈ, ਉਹ ਫਿਰ ਵੀ ਗਲੂਕੋਸਾਮੀਨ ਖਾਈ ਜਾ ਰਿਹਾ ਬਿਨਾਂ ਸਲਾਹ ਤੋਂ, ਹੈ ਨਾ, ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਆਈ ਫੀਲ ਕਈ ਲੋਕ ਪੇਨ ਕਿਲਰ ਬਹੁਤ ਖਾਂਦੇ, ਯੂਜ਼ ਕਰਦੇ ਪਏ। ਕੋਈ ਵੀ ਦਰਦ ਹੋ ਜਾਏ ਪੇਨ ਕਿਲਰ ਤਾਂ ਉਹਨਾਂ ਨੂੰ ਐ ਲੱਗਦਾ ਵੀ ਹਾਂ ਇਹ ਤਾਂ ਜ਼ਰੂਰੀ ਹੈ। ਜਿਹਨੂੰ ਇੱਕ ਵਾਰ ਸਾਨੂੰ ਇੱਕ ਸਰੀਰ ਮਿਲਿਆ, ਉਹਦਾ ਜੇ ਅਸੀਂ ਧਿਆਨ ਰੱਖਾਂਗੇ, ਉਸੇ ਨਾਲ ਹੀ ਪਰਿਵਾਰ ਦਾ ਧਿਆਨ ਰੱਖਿਆ ਜਾਣਾ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਸਰਦੀਆਂ ਦਾ ਮੌਸਮ ਆ ਚੁੱਕਾ ਹੈ। ਜੇ ਆਪਾਂ ਵੈਦਰ ਦੀ ਗੱਲ ਕਰਦੇ ਹਾਂ ਤਾਂ ਆਪ ਸਭ ਨੂੰ ਜ਼ਰੂਰ ਪਤਾ ਹੋਏਗਾ ਪਿਛਲੇ 2 ਕੁ ਦਿਨਾਂ ਦੇ ਵਿੱਚ ਹੀ 7 ਡਿਗਰੀ ਟੈਂਪਰੇਚਰ ਦਾ ਫਰਕ ਪੈ ਚੁੱਕਾ ਹੈ। ਹੁਣ ਸਰਦੀਆਂ ਆ ਗਈਆਂ ਨੇ ਤਾਂ ਸਰਦੀਆਂ ਦੇ ਵਿੱਚ ਲੋਕਾਂ ਦਾ ਖਾਣ ਪਾਨ ਵੀ ਬਦਲ ਜਾਂਦਾ ਹੈ, ਤਾਂ ਜੀਵਨ ਵੀ ਜਿਹੜਾ ਉਹ ਵੀ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ। ਲੋਕੀ ਜ਼ਿਆਦਾਤਰ ਆਪਣਾ ਸਮਾਂ ਜਿਹੜਾ ਹੈ, ਵਿਹਲਾ ਸਮਾਂ ਅਸੀਂ ਕਹਿ ਦਿੰਦੇ ਹਾਂ ਵੀ, ਉਹ ਰਜ਼ਾਈਆਂ ਵਿੱਚ ਬਹਿ ਕੇ ਹੀ ਆਪਣਾ ਬਤੀਤ ਕਰਦੇ ਆ ਸਰਦੀਆਂ ਦੇ ਵਿੱਚ। ਪਰ ਸਭ ਤੋਂ ਵੱਡੀ ਗੱਲ ਹੈ ਸਰਦੀਆਂ ਦੇ ਵਿੱਚ ਕਈ ਵਾਰੀ ਜਿਹੜੇ ਤੁਹਾਡੇ ਜੁਆਇੰਟਸ ਨੇ ਉਹ ਪੇਨ ਹੋਣੇ ਸ਼ੁਰੂ ਹੋ ਜਾਂਦੇ ਆ, ਜੋੜਾਂ ਦੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਜ਼ਰੂਰ ਇਹ ਬਜ਼ੁਰਗਾਂ ਦੇ ਵਿੱਚ ਦੇਖੀ ਜਾਂਦੀ ਸੀ, ਪਰ ਹੁਣ ਨੌਜਵਾਨਾਂ ਦੇ ਵਿੱਚ ਵੀ ਇਹ ਦਰਦ ਜਿਹੜੀ ਹੈ ਦੇਖੀ ਜਾਣ ਲੱਗ ਪਈ ਹੈ। ਹੁਣ ਤੁਹਾਡਾ ਸਮਾਂ ਨਹੀਂ ਜ਼ਿਆਦਾ ਲਵਾਂਗੇ, ਸਿੱਧਾ ਹੀ ਅਸੀਂ ਮਾਹਿਰਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਜੋੜਾਂ ਦੇ ਮਾਹਰ ਡਾਕਟਰ ਤਨਵੀਰ ਸਿੰਘ ਭਟਾਣੀ ਸਾਡੇ ਨਾਲ ਮੌਜੂਦ ਨੇ ਈਵਾ ਹਸਪੀਟਲ ਤੋਂ, ਉਹਨਾਂ ਨਾਲ ਹੁਣ ਗੱਲਬਾਤ ਕਰਦੇ ਹਾਂ। ਤਾਂ ਆਪ ਸਭ ਨੂੰ ਜ਼ਰੂਰ ਇਹਦੇ ਬਾਰੇ ਵੀ ਜਾਣਕਾਰੀ ਦੇ ਦਈਏ ਵੀ ਜੁਆਇੰਟ ਰਿਪਲੇਸਮੈਂਟ ਦੇ ਵਿੱਚ ਵੀ ਇਹ ਸਪੈਸ਼ਲਿਸਟ ਨੇ ਅਤੇ ਜੁਆਇੰਟਸ ਦੀ ਇਹਨਾਂ ਨੂੰ ਕਾਫੀ ਨੌਲੇਜ ਹੈ। ਤਾਂ ਹੁਣ ਪਹਿਲਾਂ ਤਾਂ ਤੁਹਾਡਾ ਡੇਲੀ ਪੋਸਟ ਤੇ ਬਹੁਤ ਬਹੁਤ ਜ਼ਿਆਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਆਪਣੇ ਵਿਊਅਰਸ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਤਾਂ ਹੁਣ ਸਿੱਧੀ ਗੱਲ ਕਰਾਂਗਾ, ਜਿਵੇਂ ਸਵਾਲ ਪਹਿਲਾਂ ਮੈਂ ਇਹੀ ਪੁੱਛਦਾ, ਸਰਦੀਆਂ ਆ ਗਈਆਂ ਨੇ, ਜੋੜਾਂ 'ਚ ਦਰਦ ਕਈਆਂ ਦੇ ਹੋਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਇਸ ਤੋਂ ਕਿੱਦਾਂ ਬਚਾਅ ਕੀਤਾ ਜਾ ਸਕਦਾ ਤੇ ਹੁੰਦੀ ਕਿਉਂ ਹੈ ਇਸ ਮੌਸਮ ਦੇ ਵਿੱਚ ਇੰਨੀ? ਵੈਲ ਬੇਸਿਕਲੀ ਕੀ ਹੈਗਾ, ਸਰਦੀਆਂ ਦੇ ਵਿੱਚ ਅਸੀਂ ਬਹੁਤ ਐਕਸਟ੍ਰੀਮ ਟੈਂਪਰੇਚਰ ਦੇਖਦੇ ਹਾਂ। ਜਦੋਂ ਗਰਮੀਆਂ 'ਚ 40-45 ਡਿਗਰੀ ਦੇ ਕਰੀਬ, ਸਰਦੀਆਂ ਦੇ ਵਿੱਚ ਸਿਰਫ 5 ਡਿਗਰੀ, ਕਈ ਵਾਰ 2 ਡਿਗਰੀ ਤੱਕ ਟੈਂਪਰੇਚਰ ਜਾਂਦਾ ਹੈ। ਇੰਨਾ ਐਕਸਟ੍ਰੀਮ ਟੈਂਪਰੇਚਰ, ਇੰਨੀ ਵੇਰੀਏਸ਼ਨ ਦੇ ਵਿੱਚ ਜੋੜਾਂ ਦਾ ਜਿਹੜਾ ਦਰਦ ਹੈ ਉਹ ਸਾਹਮਣੇ ਆਉਂਦਾ ਹੈ। ਉਹਦੇ ਕਈ ਕਾਰਨ, ਸਭ ਤੋਂ ਵੱਡਾ ਕਾਰਨ ਇਹ ਕਿ ਜਿਹੜਾ ਜੁਆਇੰਟ ਫਲੂਇਡ ਹੁੰਦਾ, ਜਿਹੜੇ ਜੁਆਇੰਟ ਦੇ ਆਸ-ਪਾਸ ਇੱਕ ਫਲੂਇਡ ਮੇਨਟੇਨ ਹੈ, ਉਸ ਫਲੂਇਡ ਦੀ ਥਿਕਨਿੰਗ ਹੋ ਜਾਂਦੀ ਹੈ, ਉਹ ਗਾੜਾ ਹੋ ਜਾਂਦਾ ਹੈ। ਉਹਦੇ ਕਰਕੇ ਮੋਬਿਲਾਈਜੇਸ਼ਨ ਅਸੀਂ ਕਰਦੇ ਨਹੀਂ, ਸਿੱਧਾ ਜੁਆਇੰਟ ਦੇ ਉੱਪਰ ਐਗਜ਼ਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਰੈਡੀ ਨਹੀਂ ਹੁੰਦਾ ਮੂਵਮੈਂਟ ਦੇ ਲਈ। ਕੋਈ ਵੀ ਚੀਜ਼ ਜਿਸ ਤਰ੍ਹਾਂ ਗਰਮ ਹੈ ਉਹ ਪੋਲੀ ਹੁੰਦੀ ਹੈ,
ਕੋਈ ਵੀ ਚੀਜ਼ ਜਦੋਂ ਆਪਾਂ ਠੰਡੀ ਕਰ ਲਈਏ ਉਹ ਚਿੜੀ ਹੋ ਜਾਂਦੀ ਹੈ, ਇਟ ਬਿਕਮਸ ਇਨਫਲੈਕਸੀਬਲ। ਯੈਸ। ਸੋ ਉਹਦੇ ਕਰਕੇ ਜੇ ਅਸੀਂ ਉਹਦੇ ਉੱਪਰ ਵਿਦਆਊਟ ਵਾਰਮਿੰਗ ਇਟ ਅਪ, ਜੇ ਉਹਨੂੰ ਅਸੀਂ ਵਾਰਮ ਅਪ ਕੀਤੇ ਬਿਨਾਂ ਜੇ ਉਹਨੂੰ ਅਸੀਂ ਸਟ੍ਰੈਚ ਆਊਟ ਕਰ ਦਿੰਦੇ ਹਾਂ, ਉਹਦੇ 'ਚ ਦਰਦ ਵੀ ਹੋਣੀ ਹੈ ਤੇ ਇੰਜਰੀ ਹੋਣ ਦਾ ਚਾਂਸ ਬਹੁਤ ਹਾਈ ਹੋ ਜਾਂਦਾ ਹੈ। ਇਸ ਲਈ ਆਈ ਫੀਲ ਕਿ ਥੋੜ੍ਹੀਆਂ ਜਿਹੀਆਂ ਪ੍ਰੀਕਾਸ਼ਨਸ ਜੇ ਅਸੀਂ ਲਈਏ, ਅਸੀਂ ਉਹਦੇ ਬਾਰੇ ਗੱਲ ਕਰਾਂਗੇ ਅੱਜ ਜ਼ਰੂਰ, ਤੇ ਅਸੀਂ ਜੁਆਇੰਟ ਹੈਲਥ ਨੂੰ ਵੀ ਮੇਨਟੇਨ ਕਰ ਸਕਦੇ ਹਾਂ ਤੇ ਆਪਣੇ ਦਰਦ ਨੂੰ ਵੀ ਕੰਟਰੋਲ ਰੱਖ ਸਕਦੇ ਹਾਂ। ਮਤਲਬ ਤੁਸੀਂ ਕਹਿ ਰਹੇ ਹੋ ਵੀ ਕਈ ਵਾਰੀ ਅਸੀਂ ਜਿਹੜਾ ਆਪਣਾ ਮਸਲ ਹੈ ਜਾਂ ਕੁਝ ਵੀ ਹੈ ਜਾਂ ਜੁਆਇੰਟ ਹੈ ਉਹਨੂੰ ਸਹੀ ਤਰੀਕੇ ਨਾਲ ਸਰਦੀਆਂ ਦੇ ਵਿੱਚ ਵਾਰਮ ਅਪ ਨਹੀਂ ਕਰਦੇ, ਤਾਂ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਲੋਕੀ ਜਿਮਸ ਵਿੱਚ ਵੀ ਜਾਂਦੇ ਆ, ਲੋਕੀ ਐਕਸਰਸਾਈਜ਼ ਵੀ ਕਰਦੇ ਨੇ, ਜਿਹੜੇ ਨੌਜਵਾਨ ਹੁੰਦੇ ਆ ਤਾਂ ਸਰਦੀਆਂ ਦੇ ਵਿੱਚ ਉਹਨਾਂ ਨੂੰ ਵੀ ਇੱਕੋਦਮ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ। ਇਟ ਬਿਕਮਸ ਮੋਰ ਇੰਪੋਰਟੈਂਟ। ਜਿੱਦਾਂ ਹੁਣ ਸਰਦੀਆਂ ਦੇ ਵਿੱਚ ਵਾਰਮ ਅਪ ਕਰਨਾ ਥੋੜਾ ਜ਼ਿਆਦਾ ਜ਼ਰੂਰੀ ਹੋ ਜਾਂਦਾ, ਬਿਕੋਜ਼ ਗਰਮੀਆਂ ਦੇ ਵਿੱਚ ਅਸੀਂ ਕੱਪੜੇ ਵੀ ਇਸ ਤਰ੍ਹਾਂ ਦੇ ਪਾਏ ਨੇ, ਅਸੀਂ ਐਕਟਿਵ ਵੀ ਜ਼ਿਆਦਾ ਹੈਗੇ ਆ, ਮੌਸਮ ਵੀ ਇਸ ਤਰ੍ਹਾਂ ਦਾ ਹੈ ਕਿ ਮੋਬਿਲਾਈਜੇਸ਼ਨ ਦੇ ਵਿੱਚ ਇੰਨਾ ਇੰਪੋਰਟੈਂਸ ਉਦੋਂ ਵੀ ਦੇਣੀ ਚਾਹੀਦੀ ਹੈ, ਪਰ ਇੰਨਾ ਫਰਕ ਨਹੀਂ ਪੈਂਦਾ। ਪਰ ਸਰਦੀਆਂ ਦੇ ਵਿੱਚ ਜਦੋਂ ਜੁਆਇੰਟ ਸਟਿਫ ਹੈ, ਖਾਸ ਕਰਕੇ ਜਿਹੜੇ ਕਿਸੇ ਪਰਸਨ ਨੂੰ, ਜਿਹੜੇ ਕਿਸੇ ਪੇਸ਼ੈਂਟ ਨੂੰ ਆਲਰੇਡੀ ਜੁਆਇੰਟ ਦਾ ਥੋੜਾ ਬਹੁਤ ਆਰਥਰਾਈਟਿਸ ਚੱਲ ਰਿਹਾ ਹੈ, ਜਿਹਨੂੰ ਕਿਸੇ ਨੂੰ ਆਲਰੇਡੀ ਥੋੜੀ ਬਹੁਤ ਜੁਆਇੰਟ ਪੇਨ ਹੈ, ਉਹ ਸਰਦੀਆਂ 'ਚ ਵੈਸੇ ਹੀ ਵੱਧ ਜਾਂਦੀ ਹੈ। ਸੋ ਜੁਆਇੰਟ, ਜਿਸ ਤਰ੍ਹਾਂ ਕੋਈ ਗਠੀਏ ਦਾ ਮਰੀਜ਼ ਹੈ ਜਾਂ ਜਿਹਨੂੰ ਕੋਈ ਗ੍ਰੇਡ 2 ਗ੍ਰੇਡ 3 ਦੀ ਆਰਥਰਾਈਟਿਸ ਦੀਆਂ ਚੇਂਜਸ ਹੈਗੀਆਂ ਗੋਡਿਆਂ ਦੇ ਵਿੱਚ ਜਾਂ ਚੂਲੇ ਦੇ ਵਿੱਚ, ਗਿੱਟੇ 'ਚ ਪਹਿਲਾਂ ਹੀ ਦਰਦ ਸੀਗੀ, ਉਹ ਸਰਦੀਆਂ 'ਚ ਹੋਰ ਸਟਿਫ ਹੋ ਜਾਂਦਾ। ਸੋ ਜੇ ਉਸ ਜੁਆਇੰਟ ਨੂੰ ਅਸੀਂ ਮੋਬਿਲਾਈਜੇਸ਼ਨ ਕੀਤੇ ਬਿਨਾਂ, ਜੇ ਉਹਨੂੰ ਜੁਆਇੰਟ ਨੂੰ ਵਾਰਮ ਅਪ ਕੀਤੇ ਬਿਨਾਂ ਓਵਰ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰੀਏ ਜਾਂ ਐਗਜ਼ਰਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਦਰਦ ਜ਼ਰੂਰ ਹੋਏਗਾ। ਅਵੋਇਡ ਕਿੱਦਾਂ ਕੀਤਾ ਜਾ ਸਕਦਾ, ਬਚਿਆ ਕਿੱਦਾਂ ਜਾ ਸਕਦਾ? ਕੋਈ ਸਪਲੀਮੈਂਟ ਜਾਂ ਕੋਈ ਫੂਡ ਜਿਹੜਾ ਹੈ, ਆਪਾਂ ਡਾਈਟ ਦੀ ਗੱਲ ਕਰ ਸਕਦੇ ਹਾਂ ਵੀ ਇਸ ਤੋਂ ਬਚੇ? ਸੋ ਬਹੁਤ ਇੰਪੋਰਟੈਂਟ ਪੁਆਇੰਟਸ ਤੁਸੀਂ ਇੱਕ ਵਾਰ ਇਸ ਵੇਲੇ ਛੇੜੇ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੂਡ ਦੀ। ਸੋ ਖੁਰਾਕ ਦੇ ਵਿੱਚ ਅਸੀਂ ਕਿਹੜੀ ਐਸੀ ਚੀਜ਼ ਲੈ ਸਕਦੇ ਹਾਂ? ਦੋ ਮੇਨ ਕੈਟੇਗਰੀਜ਼, ਜਿਹਦੇ ਵਿੱਚ ਪ੍ਰੋਟੀਨ ਤੇ ਕੈਲਸ਼ੀਅਮ, ਇਹਦਾ ਇਨਟੇਕ ਹੋਣਾ ਬਹੁਤ ਅੱਛਾ ਜ਼ਰੂਰੀ ਹੈ। ਆਪਣੀ ਇੰਡੀਅਨ ਡਾਈਟ ਜਿਹੜੀ ਕਿ ਪ੍ਰਾਇਮਰੀਲੀ ਵੈਜੀਟੇਰੀਅਨ ਡਾਈਟ ਹੈ, ਉਹਦੇ ਵਿੱਚ ਪ੍ਰੋਟੀਨ ਦੇ ਸੋਰਸਿਸ ਬਹੁਤ ਘੱਟ ਨੇ। ਅਸੀਂ ਖਾ ਵੀ ਲੈਂਦੇ ਹਾਂ ਐਗ ਜਾਂ ਚਿਕਨ, ਜਿਹੜੇ ਲੋਕ ਖਾਂਦੇ ਨੇ ਉਹਦੀ ਵੀ ਕੰਜ਼ੰਪਸ਼ਨ ਹਫਤੇ 'ਚ 2 ਵਾਰ 3 ਵਾਰ ਤੋਂ ਵੱਧ ਆਮ ਤੌਰ 'ਤੇ ਨਹੀਂ ਹੁੰਦੀ। ਆਮ ਵੈਜੀਟੇਰੀਅਨ ਜਿਹੜੀ ਡਾਈਟ ਹੈ ਉਹ ਕਾਰਬੋਹਾਈਡਰੇਟ ਬੇਸਡ ਡਾਈਟ ਹੈ। ਉਹਦੇ 'ਚ ਅਸੀਂ ਆਮ ਤੌਰ 'ਤੇ ਰੋਟੀ, ਰਾਈਸ, ਇਸ ਤਰ੍ਹਾਂ ਦੀ ਚੀਜ਼, ਦਾਲਾਂ, ਚਨੇ, ਇਹ ਜਿਹੜੇ ਪ੍ਰੋਟੀਨ ਦੇ ਸੋਰਸਿਸ ਹੈ, ਇੱਕ ਵੈਜੀਟੇਰੀਅਨ ਡਾਈਟ ਦੇ ਵਿੱਚ ਜਿਹੜੇ ਪ੍ਰੋਟੀਨ ਦੇ ਸੋਰਸਿਸ ਹੈ, ਇਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਸਾਡੇ ਕੋਲ ਗ੍ਰੀਨ ਲੀਫੀ ਵੈਜੀਟੇਬਲਸ, ਸਾਰੇ ਤਰ੍ਹਾਂ ਦੇ ਫਲ, ਸਾਰੀ ਤਰ੍ਹਾਂ ਦੀਆਂ ਸਬਜ਼ੀਆਂ, ਵਿੰਟਰਸ ਦੇ ਵਿੱਚ ਬਹੁਤ ਅੱਛੀ ਕਲਰਫੁਲ ਵੈਜੀਟੇਬਲਸ ਅਵੇਲੇਬਲ ਹੈ। ਉਹ ਕਹਿੰਦੇ ਈਟ ਦਾ ਰੇਨਬੋ, ਮਤਲਬ ਜਿਹੜੇ ਜਿਹੜੇ ਰੰਗ ਦੀ ਆਪਣੇ ਕੋਲ ਸਬਜ਼ੀ ਅਵੇਲੇਬਲ ਹੈ, ਸਾਰੀ ਸਬਜ਼ੀਆਂ, ਸਾਰੀਆਂ ਫਰੂਟਸ, ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਇਨ ਮੋਡਰੇਸ਼ਨ ਬਹੁਤ ਜ਼ਰੂਰੀ ਹੈ। ਸੀਜ਼ਨਲ ਚੀਜ਼ 'ਤੇ ਅਸੀਂ ਜ਼ਿਆਦਾ ਜ਼ੋਰ ਲਗਾਈਏ ਰਾਦਰ ਦੈਨ ਕਿ ਪੈਕੇਜਡ ਫੂਡ ਜਾਂ ਜਿਹੜਾ ਕਿ ਕੋਈ ਕੈਂਡ ਫੂਡ ਹੈ ਉਹਨੂੰ ਥੋੜ੍ਹਾ ਜਿਹਾ ਸਾਨੂੰ ਅਵੋਇਡ ਕਰਨਾ ਚਾਹੀਦਾ। ਫੂਡ ਦੇ ਵਿੱਚ ਵੀ ਐਂਟੀਆਕਸੀਡੈਂਟ ਰਿਚ ਫੂਡ, ਜਿਸ ਤਰ੍ਹਾਂ ਅਲਸੀ, ਚੀਆ ਸੀਡਸ, ਫਲੈਕਸ ਸੀਡਸ, ਗ੍ਰੀਨ ਟੀ, ਨੈਚੁਰਲ ਐਂਟੀਆਕਸੀਡੈਂਟਸ ਜਿਸ ਤਰ੍ਹਾਂ ਗਾਰਲਿਕ, ਸਿਰਕੇ ਵਾਲਾ ਪਿਆਜ਼, ਇਹਨਾਂ ਸਾਰੀਆਂ ਚੀਜ਼ਾਂ ਦਾ ਆਪਣੇ ਆਪ ਦੇ ਵਿੱਚ ਬਹੁਤ ਰੋਲ ਹੈ। ਇਹਦੇ ਇਲਾਵਾ ਜੇ ਕੋਈ ਪੇਸ਼ੈਂਟ, ਜੇ ਕੋਈ ਜਿਹਨੂੰ ਕਿਸੇ ਨੂੰ ਕੋਈ ਜੁਆਇੰਟ ਪੇਨ ਨਹੀਂ ਵੀ ਹੈ, ਜੇ ਕੋਈ ਕੈਲਸ਼ੀਅਮ ਜਾਂ ਕੋਈ ਜੁਆਇੰਟਸ ਦੀ ਸਪਲੀਮੈਂਟੇਸ਼ਨ ਗਰਮੀਆਂ ਦੇ ਵਿੱਚ ਜਾਂ ਪਹਿਲੇ ਟਾਈਮ ਤੋਂ ਨਹੀਂ ਸੀ ਕਰ ਰਿਹਾ, ਕੁਝ ਮਹੀਨਿਆਂ ਦੇ ਲਈ ਸਰਦੀਆਂ ਦੇ ਵਿੱਚ ਇਹ ਸਪਲੀਮੈਂਟੇਸ਼ਨ ਸ਼ੁਰੂ ਕਰ ਲੈਣਾ ਫਾਇਦੇਮੰਦ ਹੈ। ਇਹਦੇ ਨਾਲ ਇੱਕ ਤਾਂ ਇੱਕ ਕੋਰਸ ਹੋ ਜਾਂਦਾ ਹੈ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ 2-3 ਮਹੀਨੇ ਦੇ ਹਿਸਾਬ ਦੇ ਨਾਲ। ਦੂਸਰਾ, ਟੂ ਐਨ ਐਕਸਟੈਂਟ ਜਦੋਂ ਓਮੇਗਾ 3 ਅਸੀਂ ਲੈਂਦੇ ਹਾਂ ਜਾਂ ਬਾਕੀ ਮਲਟੀ ਵਿਟਾਮਿਨਸ ਲੈਂਦੇ ਹਾਂ, ਉਹਦੇ ਨਾਲ ਬਾਡੀ ਦੀ ਡੈਫੀਸ਼ੀਐਂਸੀਜ਼ ਵੀ ਪੂਰੀਆਂ ਹੁੰਦੀਆਂ, ਜੋ ਕਿ ਅੱਜ ਕੱਲ੍ਹ ਬਹੁਤ ਰੈਂਪੈਂਟ ਹੈ। ਹਰੇਕ ਕਿਸੇ ਦਾ ਜਿਹਦਾ ਅਸੀਂ ਵਿਟਾਮਿਨ ਡੀ ਚੈੱਕ ਕਰਾਓ ਉਹ ਲੋਅਰ ਸਾਈਡ 'ਤੇ ਆਉਂਦਾ, ਕਈ ਲੋਕਾਂ ਨੂੰ ਇੰਜੈਕਸ਼ਨਸ ਦੀ ਲੋੜ ਪੈਂਦੀ ਹੈ। ਉਹਦੇ ਇਲਾਵਾ ਜਿਹੜੀ ਨੈਚੁਰਲ ਮਲਟੀ ਵਾਈਟਾਮਿਨਸ ਹੈ, ਵਿਟਾਮਿਨ B12 ਜਾਂ ਹੋਰ ਜਿੰਨੇ ਵੀ ਵਿਟਾਮਿਨਸ ਨੇ, ਉਹਨਾਂ ਦੀ ਵੀ ਘਾਟ ਬਾਡੀ ਦੇ ਵਿੱਚ ਹੁੰਦੀ ਹੈ। ਸੋ ਐਜ਼ ਟਾਈਮ ਗੋਜ਼ ਔਨ, ਜੇ ਸਪਲੀਮੈਂਟੇਸ਼ਨ ਪੇਸ਼ੈਂਟ ਹੁਣ ਇਸ ਟਾਈਮ ਦੇ ਵਿੱਚ ਲੈ ਲਏਗਾ, ਇੱਕ ਤਾਂ ਸਾਲ ਦਾ 1-2 ਮਹੀਨੇ 3 ਮਹੀਨੇ ਦਾ ਕੋਰਸ ਪੂਰਾ ਹੋ ਜਾਂਦਾ, ਇਸ ਟਾਈਮ ਦੇ ਵਿੱਚ ਉਹਦੀ ਹੈਲਪ ਹੋ ਜਾਂਦੀ ਹੈ। ਐਂਟੀਆਕਸੀਡੈਂਟਸ ਦੇ ਨਾਲ, ਓਮੇਗਾ 3 ਦੇ ਨਾਲ ਨੈਚੁਰਲ ਇਨਫਲੇਮੇਸ਼ਨ ਜਿਹੜੀ ਜੁਆਇੰਟਸ ਦੀ ਹੈਗੀ ਉਹ ਘਟ ਜਾਂਦੀ ਹੈ। ਇਨਫਲੇਮੇਸ਼ਨ ਘਟਣ ਦੇ ਨਾਲ ਇਹ ਸਿੰਪਟਮਸ ਵੈਸੇ ਹੀ ਘੱਟ ਹੁੰਦੇ ਨੇ, ਪੇਸ਼ੈਂਟ ਕੰਫਰਟੇਬਲ ਰਹਿੰਦਾ ਹੈ, ਇੰਜਰੀ ਦਾ ਵੀ ਚਾਂਸ ਇਹਦੇ ਨਾਲ ਘਟ ਜਾਂਦਾ। ਤਾਂ ਤੁਸੀਂ ਇੰਜਰੀ ਦੀ ਗੱਲ ਕੀਤੀ ਹੈ, ਤਾਂ ਇੰਜਰੀ ਜ਼ਰੂਰ, ਮੈਂ ਐਕਸਰਸਾਈਜ਼ ਬਾਰੇ ਪਹਿਲਾਂ ਵੀ ਪੁੱਛਿਆ, ਪਰ ਜ਼ਰੂਰ ਇਹ ਵੀ ਪੁੱਛਣਾ ਚਾਹਾਂਗਾ ਵੀ ਕਈ ਵਾਰੀ ਵੱਧ ਐਕਸਰਸਾਈਜ਼ ਨਾਲ ਵੀ ਜੁਆਇੰਟਸ ਪੇਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਰਦੀਆਂ ਦੇ ਵਿੱਚ, ਇੱਦਾਂ ਹੁੰਦਾ ਕੁਛ? ਬਿਲਕੁਲ, ਓਵਰ ਐਗਜ਼ਰਸ਼ਨ ਤਾਂ ਕਿਸੇ ਵੀ ਟਾਈਮ ਤੇ ਤੰਗ ਕਰ ਹੀ ਸਕਦੀ ਹੈ, ਬਟ ਆਈ ਫੀਲ ਸਰਦੀਆਂ ਦੇ ਵਿੱਚ ਜੇ ਵਾਰਮ ਅਪ ਕੀਤੇ ਬਿਨਾਂ ਐਕਸਰਸਾਈਜ਼ ਦੇ ਵਿੱਚ ਇੱਕਦਮ ਜੰਪ ਕਰ ਦਈਏ ਤੇ ਇੰਜਰੀ ਦਾ ਚਾਂਸ ਹੋਰ ਹਾਈ ਹੈ। ਓਵਰ ਐਗਜ਼ਰਸ਼ਨ ਆਫ ਦ ਜੁਆਇੰਟ ਐਟ ਐਨੀ ਟਾਈਮ, ਮਤਲਬ ਜਿੱਦਾਂ ਸਰਦੀਆਂ ਦੇ ਵਿੱਚ ਵੀ ਤੰਗ ਕਰੇਗੀ, ਜੁਆਇੰਟ ਨੂੰ ਜਾਂ ਐਕਸਰਸਾਈਜ਼ ਨੂੰ ਓਨਾ ਹੀ ਕੀਤਾ ਜਾਏ ਜਿੰਨਾ ਕਿ ਸਾਨੂੰ ਇੱਕ ਨਾਰਮਲ ਹੈਲਦੀ ਲਾਈਫ ਮੇਨਟੇਨ ਕਰਨ ਲਈ ਜ਼ਰੂਰੀ ਹੈ। ਈਵਨ ਪੀਪਲ ਹੂ ਆਰ ਵੈਰੀ ਇੰਥੂਜ਼ੀਆਸਟਿਕ, ਜਿਹੜੇ ਕਿ ਜਿਮ ਜਾ ਕੇ ਵੀ ਆਪਣੇ ਆਪ ਨੂੰ ਬੋਡੀ ਬਿਲਡ ਕਰਦੇ ਹੈ ਜਾਂ ਬੋਡੀ ਬਿਲਡ ਕਰਨ ਦੇ ਬਾਅਦ ਵੀ ਦੇ ਟਰਾਈ ਟੂ ਪ੍ਰੂਵ ਕਈ ਵਾਰ ਕਿ ਦੋਸਤਾਂ ਦੇ ਨਾਲ ਮਜ਼ਾਕ ਦੇ ਵਿੱਚ ਜਿਮ ਦੇ ਵਿੱਚ ਕਿ ਹੋਰ ਭਾਰਾ ਵੇਟ ਚੁੱਕ ਲਿਆ, 10 ਕਿਲੋਮੀਟਰ ਹੋਰ ਭੱਜ ਕੇ ਦੇਖ ਲਿਆ, ਇਸ ਤਰ੍ਹਾਂ ਦੀ ਕੋਈ ਚੀਜ਼, ਇਸ ਤਰ੍ਹਾਂ ਦੇ ਐਡਵੈਂਚਰਸ ਜਿਮ ਦੇ ਵਿੱਚ ਕਰਨ ਦੇ ਨਾਲ ਆਮ ਤੌਰ 'ਤੇ ਇੰਜਰੀ ਹੁੰਦੀ ਹੈ। ਬਜ਼ੁਰਗਾਂ ਨੂੰ ਆਪਣੀ ਲਿਮਿਟ ਪਤਾ ਹੋਣੀ ਜ਼ਰੂਰੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਪਤਾ ਹੈ ਕਿ ਸਾਨੂੰ ਨੀ ਪੇਨ ਹੈ ਫਿਰ ਵੀ ਅਸੀਂ
ਦੇ ਐਕਸਰਸਾਈਜ਼ ਦੇ ਜ਼ੋਰ ਲਾਈ ਜਾਈਏ, ਉਹਦੇ ਨਾਲ ਇਵੈਂਚੁਅਲੀ ਇਟ ਵਿਲ ਹਾਰਮ ਅਸ ਰਾਦਰ ਦੈਨ ਹੈਲਪ ਅਸ। ਆਪਣੀ ਲਿਮਿਟ ਰੈਕਗਨਾਈਜ਼ ਕਰਨਾ, ਉਸ ਲਿਮਿਟ ਦੇ ਵਿੱਚ, ਉਸ ਹੱਦ ਦੇ ਵਿੱਚ ਰਹਿ ਕੇ ਕੰਮ ਕਰਨਾ, ਉਸ ਹੱਦ ਦੇ ਵਿੱਚ ਰਹਿ ਕੇ ਐਕਸਰਸਾਈਜ਼ ਕਰਨੀ ਇੱਕ ਬਹੁਤ ਸਿਆਣੀ ਗੱਲ ਵੀ ਹੈ ਤੇ ਜ਼ਰੂਰੀ ਗੱਲ ਵੀ ਹੈ। ਸੈਕੰਡਲੀ, ਕਿਸੇ ਵੀ ਸਿੰਪਟਮ ਨੂੰ ਇਗਨੋਰ ਨਾ ਕੀਤਾ ਜਾਏ। ਜੇ ਕਿਸੇ ਮਰੀਜ਼ ਨੂੰ ਕੋਈ ਦਰਦ ਹੋ ਰਿਹਾ ਹੈ 1 ਦਿਨ 2 ਦਿਨ 3 ਦਿਨ, ਜਿਹਨੂੰ ਅਸੀਂ ਨੈਗਿੰਗ ਪੇਨ ਕਹਿ ਦਿੰਦੇ ਹਾਂ, ਕਿ ਐਟ ਦ ਬੈਕ ਆਫ ਆਰ ਮਾਈਂਡ ਸਾਨੂੰ ਆਪਣੇ ਦਿਮਾਗ 'ਚ ਪਤਾ ਹੈ ਕਿ ਇਹ ਦਰਦ ਮੈਨੂੰ ਹੋਈ ਜਾ ਰਹੀ ਹੈ ਜਾਂ ਇਹ ਚੀਜ਼ ਮੈਨੂੰ ਤੰਗ ਕਰੀ ਜਾ ਰਹੀ ਹੈ, ਮੈਂ ਜਦੋਂ ਇਹ ਵਾਲੀ ਐਕਸਰਸਾਈਜ਼ ਕਰਦਾ ਤੇ ਮੈਨੂੰ ਇਸ ਜਗ੍ਹਾ ਤੇ ਪੇਨ ਮਹਿਸੂਸ ਹੁੰਦੀ ਹੈ, ਜਦੋਂ ਮੈਂ ਐਕਸਰਸਾਈਜ਼ ਸ਼ੁਰੂ ਕਰਦਾ ਮੈਨੂੰ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ, ਜਾਂ ਮੈਂ ਜਦੋਂ ਥੋੜੀ ਦੇਰ ਐਕਸਰਸਾਈਜ਼ ਕਰ ਲੈਂਦਾ ਮੈਨੂੰ ਥਕਾਵਟ ਹੋ ਜਾਂਦੀ ਹੈ, ਜਾਂ ਮੇਰੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ, ਜਾਂ ਮੇਰੇ ਪਿੱਠ 'ਚ ਦਰਦ ਸ਼ੁਰੂ ਹੋ ਜਾਂਦਾ ਹੈ, ਜਾਂ ਮੇਰੇ ਜੋੜਾਂ ਦੀ ਗ੍ਰਿਪ ਘਟ ਜਾਂਦੀ ਹੈ। ਜੇ ਇਸ ਤਰ੍ਹਾਂ ਦਾ ਕੋਈ ਵੀ ਸਿੰਪਟਮ ਪੇਸ਼ੈਂਟ ਫੀਲ ਕਰ ਰਿਹਾ ਹੈ 1 ਦਿਨ 2 ਦਿਨ 3 ਦਿਨ, ਉਹਦੇ ਲਈ ਮੈਡੀਕਲ ਅਟੈਂਸ਼ਨ ਸੀਕ ਕਰਨੀ ਜ਼ਰੂਰੀ ਹੈ, ਬਜਾਏ ਕਿ ਉਹਨੂੰ ਅਸੀਂ ਨਿਗਲੈਕਟ ਕਰ ਦਈਏ। ਆਮ ਤੌਰ ਤੇ ਆਪਣੀ ਹੈਲਥ ਨੂੰ ਅਸੀਂ ਪਿੱਛੇ ਰੱਖਦੇ ਹਾਂ, ਆਪਣੇ ਕੰਮ ਨੂੰ, ਫੈਮਿਲੀ ਨੂੰ, ਈਵਨ ਐਂਟਰਟੇਨਮੈਂਟ ਨੂੰ, ਪਾਰਟੀਜ਼ ਨੂੰ, ਲੋਕਾਂ ਦੇ ਨਾਲ ਸੋਸ਼ਲਾਈਜ਼ਿੰਗ ਨੂੰ ਅਸੀਂ ਪਹਿਲਾਂ ਰੱਖਦੇ ਹਾਂ। ਸੋ ਇਟ ਇਜ਼ ਹਾਈ ਟਾਈਮ ਡਿਊਰਿੰਗ ਵਿੰਟਰਸ, ਇਹ ਬਹੁਤ ਜ਼ਰੂਰੀ ਬਣ ਜਾਂਦੀ ਹੈ ਗੱਲ ਕਿ ਸਰਦੀਆਂ ਦੇ ਵਿੱਚ ਜਦੋਂ ਸਾਨੂੰ ਪਤਾ ਹੈ ਕਿ ਜੁਆਇੰਟ ਪੇਨਸ ਨੇ ਵਧਣਾ ਹੈ, ਜੁਆਇੰਟ ਦੀ ਪ੍ਰੋਬਲਮ ਨੇ ਵਧਣਾ ਹੈ, ਇਸ ਟਾਈਮ ਤੇ ਆਪਣੇ ਵੱਲ ਥੋੜਾ ਧਿਆਨ ਦਿੱਤਾ ਜਾਏ, ਰੈਗੂਲਰ ਐਕਸਰਸਾਈਜ਼ ਕੀਤੀ ਜਾਏ, ਅੱਛੀ ਡਾਈਟ ਲਈ ਜਾਏ, ਅੱਛੀ ਸਪਲੀਮੈਂਟੇਸ਼ਨ ਲਈ ਜਾਏ, ਤੇ ਕਿਸੇ ਵੀ ਸਿੰਪਟਮ ਨੂੰ ਇਗਨੋਰ ਨਾ ਕੀਤਾ ਜਾਏ। ਇੱਕ ਮੈਡੀਕਲ ਸਲਾਹ ਲੈਣੀ ਬਹੁਤ ਆਸਾਨ ਵੀ ਹੈ ਇੰਡੀਆ ਦੇ ਵਿੱਚ ਤੇ ਲੈਣੀ ਜ਼ਰੂਰੀ ਵੀ ਹੈ। ਕਈ ਵਾਰੀ ਨਾ ਬੰਦਾ ਇਗਨੋਰ ਮਾਰ ਜਾਂਦਾ, ਜਿਵੇਂ ਤੁਸੀਂ ਕਿਹਾ ਵੀ ਕਈ ਵਾਰੀ ਬੈਕ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ, ਜੁਆਇੰਟਸ ਪੇਨ ਹੋਣੀਆਂ ਸ਼ੁਰੂ ਹੋ ਜਾਂਦੀਆਂ, ਬੰਦਾ ਕਈ ਵਾਰੀ ਐਕਸਰਸਾਈਜ਼ ਲਾਉਂਦਾ ਤਾਂ ਕਹਿੰਦਾ ਕੋਈ ਨਾ ਕੱਲ ਦੁਬਾਰਾ ਲਾ ਲੈਂਦੇ ਆ ਕੇ ਠੀਕ ਹੋ ਜਾਵਾਂਗਾ ਮੈਂ, ਇੰਨੀ ਕੋਈ ਗੱਲ ਨਹੀਂ। ਇਹ ਚੀਜ਼ਾਂ ਬੜੀਆਂ ਦਿਮਾਗ 'ਚ ਆਉਂਦੀਆਂ ਲੋਕਾਂ ਦੇ। To an extent it is okay, not every pain ਜਾਂ ਹਰ ਤਰ੍ਹਾਂ ਦੇ ਦਰਦ ਨੂੰ ਜ਼ਰੂਰੀ ਨਹੀਂ ਹੈ ਕਿ ਜਾ ਕੇ ਡਾਕਟਰ ਨੂੰ ਦਿਖਾਇਆ ਜਾਏ, ਬਟ ਕੋਈ ਵੀ ਇਸ਼ੂ ਸਾਨੂੰ ਅੰਦਰੋਂ ਪਤਾ ਹੁੰਦਾ ਕਿ ਦਰਦ ਕਿੰਨਾ ਹੋ ਰਿਹਾ, there is a pain score, ਕਿ ਜੇ ਦਰਦ ਆਮ ਤੌਰ ਤੋਂ ਜ਼ਿਆਦਾ ਹੈ, ਜੇ ਕੋਈ ਨਵਾਂ ਸਿੰਪਟਮ ਹੈ, ਜੇ ਕੋਈ ਇਸ ਤਰ੍ਹਾਂ ਦਾ ਦਰਦ ਹੈ ਜਿਹੜਾ ਕਿ ਪਹਿਲਾਂ ਨਹੀਂ ਸੀਗਾ, ਸਰਦੀਆਂ 'ਚ ਸ਼ੁਰੂ ਹੋਇਆ, ਇੱਕ ਐਕਸਰਸਾਈਜ਼ ਤੇ ਰਿਪੀਟ ਹੋ ਰਿਹਾ, ਉਹਦੇ ਲਈ ਮੈਡੀਕਲ ਅਟੈਂਸ਼ਨ ਲੈਣੀ ਬਹੁਤ ਜ਼ਰੂਰੀ ਹੈ। ਆਫ ਕੋਰਸ ਜੇ ਕੋਈ ਲੱਗ ਰਿਹਾ ਕਿ ਇੰਜਰੀ ਹੋਈ ਸੀ ਪਹਿਲੀ ਤੇ ਉਹਦਾ ਸਿੰਪਟਮ ਦੁਬਾਰਾ ਆਉਣਾ ਸ਼ੁਰੂ ਹੋ ਗਿਆ, ਤੇ ਉਹਦੇ ਲਈ ਵੀ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਕਿਸੇ ਵੀ ਸਿੰਪਟਮ ਨੂੰ ਅੱਜ ਦੀ ਡੇਟ ਦੇ ਵਿੱਚ ਹੈਲਥ ਰਿਲੇਟਡ ਇਗਨੋਰ ਨਹੀਂ ਕਰਨਾ ਚਾਹੀਦਾ। ਤਾਂ ਇੱਕ ਵਿਅਕਤੀ ਕਿੱਦਾਂ ਫੋਲੋ ਅਪ ਲਵੇ, ਤੁਸੀਂ ਕਿਹਾ ਵੀ ਜ਼ਰੂਰੀ ਹੈ, ਤਾਂ ਕਿਸ ਤਰੀਕੇ ਨਾਲ ਫੋਲੋ ਅਪ ਲਵੇ, ਇਸ ਦੇ ਬਾਰੇ ਜ਼ਰੂਰ। ਵੈਲ ਲੱਕੀਲੀ ਇੰਡੀਆ ਦੇ ਵਿੱਚ ਹੈਲਥ ਸਿਸਟਮ ਇਜ਼ ਸੱਚ ਕਿ ਐਨੀਬਡੀ ਕੈਨ ਗੋ ਟੂ ਅ ਸਪੈਸ਼ਲਿਸਟ ਡਾਇਰੈਕਟਲੀ। ਜਿਹਨੂੰ ਕਿਸੇ ਨੂੰ ਜੋੜਾਂ ਦਾ ਦਰਦ ਹੋ, ਜੋੜਾਂ ਦੇ ਡਾਕਟਰ ਕੋਲ ਡਾਇਰੈਕਟਲੀ ਜਾ ਸਕਦਾ ਹੈ। ਇੱਥੇ ਰੈਫਰਲ ਸਿਸਟਮ ਨਹੀਂ ਜਿਸ ਤਰ੍ਹਾਂ ਅਮਰੀਕਾ ਜਾਂ ਯੂਕੇ 'ਚ ਹੁੰਦਾ ਹੈ। ਸੋ ਡਾਕਟਰਸ ਈਜ਼ੀਲੀ ਅਵੇਲੇਬਲ ਹੈ। ਤੁਸੀਂ ਆਪਣੀ ਮੈਡੀਕਲ ਅਟੈਂਸ਼ਨ, ਆਪਣੀ ਸਾਰੀ ਮੈਡੀਕਲ ਹਿਸਟਰੀ ਲੈ ਕੇ ਡਾਕਟਰ ਦੇ ਕੋਲ ਰੈਗੂਲਰ ਜਦੋਂ ਆਪਣੇ ਫੋਲੋ ਅਪ ਤੇ ਰਹੋਗੇ, ਉਹਨੂੰ ਵੀ ਪਤਾ ਰਹੇਗਾ ਤੁਹਾਡੀ ਕੀ ਪਹਿਲਾਂ ਹੈਲਥ ਕੰਡੀਸ਼ਨ ਸੀਗੀਆਂ, ਕਿਸ ਚੀਜ਼ ਦੀ ਡੈਫੀਸ਼ੀਐਂਸੀ ਸੀਗੀ, ਕਿਸ ਚੀਜ਼ ਨੂੰ ਅਸੀਂ ਪੂਰਾ ਕਰਨਾ ਹੈਗਾ, ਕਿਸ ਚੀਜ਼ ਦੇ ਲਈ ਇੰਡੀਵਿਜੂਅਲਾਈਜ਼ਡ ਟ੍ਰੀਟਮੈਂਟ, ਤੁਹਾਡਾ ਆਪਣਾ ਇਲਾਜ ਤੁਹਾਡੀਆਂ ਰਿਪੋਰਟਸ ਦੇ ਅਨੁਸਾਰ ਤੁਹਾਡੇ ਸਿੰਪਟਮਸ ਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਹਰੇਕ ਦਾ ਸਰੀਰ ਅਲੱਗ ਹੈ, ਹਰੇਕ ਦੀਆਂ ਰਿਕੁਆਇਰਮੈਂਟਸ ਅਲੱਗ ਹੈ। ਕਿਸੇ ਨੂੰ ਕਿਸੇ ਚੀਜ਼ ਦੀ ਘਾਟ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਇੰਜਰੀ ਹੈ। ਜਦੋਂ ਤੱਕ ਉਸ ਚੀਜ਼ ਦਾ ਸਪੈਸੀਫਿਕ ਇਲਾਜ ਨਹੀਂ ਕੀਤਾ ਜਾਏਗਾ, ਉਸ ਚੀਜ਼ ਦਾ ਇੱਕ ਟੁਕਵਾ ਇਲਾਜ ਨਹੀਂ ਕੀਤਾ ਜਾਏਗਾ, ਉਹ ਸਿੰਪਟਮ ਉੱਥੇ ਰਹੇਗਾ। ਕਈ ਵਾਰ ਉਹ ਗੱਲ ਵੱਧ ਜਾਂਦੀ ਹੈ। ਇਸ ਲਈ ਆਪਣੇ ਸਿੰਪਟਮਸ ਨੂੰ ਆਪਣੇ ਡਾਕਟਰ ਦੇ ਨਾਲ ਡਾਇਰੈਕਟ ਡਿਸਕਸ ਕਰੋ। ਆਪਣੇ ਆਪ ਨੂੰ ਆਪਣੇ ਦੋਸਤ ਨਾਲ, ਆਪਣੇ ਰਿਸ਼ਤੇਦਾਰ ਨਾਲ ਕੰਪੇਅਰ ਕਰਕੇ ਉਸ ਤਰ੍ਹਾਂ ਦੀ ਦਵਾਈ ਆਪ ਖਾਣ ਦੀ ਕੋਸ਼ਿਸ਼ ਕਰਨਾ ਕਈ ਵਾਰ ਰਿਸਕੀ ਹੋ ਜਾਂਦਾ ਹੈ। ਸੋ ਯੂ ਸ਼ੁੱਡ ਸੀਕ ਮੈਡੀਕਲ ਅਟੈਂਸ਼ਨ। ਆਪਣੀ ਗੱਲ ਆਪ ਕਰਕੇ, ਆਪ ਉਹਦਾ ਇਲਾਜ ਕਰਵਾ ਕੇ, ਆਪਣੇ ਸਿੰਪਟਮ ਨੂੰ ਜ਼ੀਰੋ ਤੇ ਲੈ ਕੇ ਆ ਕੇ ਇੱਕ ਐਕਟਿਵ ਲਾਈਫ ਸਟਾਈਲ ਮੇਨਟੇਨ ਕਰਨਾ ਸਰਦੀਆਂ 'ਚ ਖਾਸ ਕਰਕੇ ਬਹੁਤ ਜ਼ਰੂਰੀ ਹੈ। ਤੁਸੀਂ ਗੱਲ ਕਹੀ ਵੀ ਦੋਸਤਾਂ ਤੋਂ ਪੁੱਛ ਕੇ ਜਾਂ ਫੈਮਿਲੀ ਮੈਂਬਰਸ ਤੋਂ ਪੁੱਛ ਕੇ ਉਹਨਾਂ ਵਰਗੇ ਜੋ ਸਪਲੀਮੈਂਟਸ ਜਾਂ ਦਵਾਈਆਂ ਉਹ ਖਾਂਦੇ ਉਹਨਾਂ ਖਾਣੀਆਂ ਸ਼ੁਰੂ ਕਰ ਦਿਓ। ਪਰ ਇੰਡੀਆ ਦੇ ਵਿੱਚ ਤੁਸੀਂ ਜ਼ਰੂਰ ਕਿਹਾ ਵੀ ਡਾਕਟਰਸ ਆਰਾਮ ਨਾਲ ਮਿਲ ਜਾਂਦੇ ਆ, ਵੀ ਤੁਸੀਂ ਜਾ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਪਰ ਇੱਥੇ ਆਪ ਵੀ ਲੋਕੀ ਜਿਹੜੇ ਨੇ ਆਪਣੇ ਆਪ ਨੂੰ ਕਈ ਵਾਰੀ ਡਾਕਟਰ ਸਮਝਣ ਲੱਗ ਜਾਂਦੇ ਆ, ਆਪ ਇਲਾਜ ਸਭ ਤੋਂ ਪਹਿਲਾਂ ਕਰਨ ਲੱਗ ਜਾਂਦੇ। ਵੈਲ ਅਨਫੋਰਚੂਨੇਟਲੀ ਇਹ ਗੱਲ ਤੁਹਾਡੀ ਟੂ ਐਨ ਲਾਰਜ ਐਕਸਟੈਂਟ ਸਹੀ ਹੈਗੀ ਹੈ। ਕਈ ਲੋਕ ਕੈਮਿਸਟਸ ਤੋਂ ਦਵਾਈ ਲੈ ਕੇ ਲੈ ਲੈਂਦੇ ਹੈ, ਕਈ ਲੋਕ ਆਪਣੇ ਦੋਸਤਾਂ ਤੋਂ ਪੁੱਛ ਕੇ ਕਿ ਉਹ ਇਹ ਵਾਲੀ ਗੋਲੀ ਖਾ ਰਿਹਾ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਗਲੂਕੋਜ਼ਾਮਿਨ ਦੀ ਗੋਲੀ ਸਾਰੇ ਖਾ ਰਹੇ, ਜਿਹਨੂੰ ਅਸੀਂ ਆਮ ਤੌਰ ਤੇ ਗਰੀਸ ਦੀ ਗੋਲੀ ਕਹਿ ਦਿੰਦੇ ਹਾਂ। ਹਾਂਜੀ ਹਾਂਜੀ। ਕਈ ਵਾਰ ਉਹਦੀ ਇੰਡੀਕੇਸ਼ਨ ਹੈ, ਕਈ ਵਾਰ ਉਹਦੀ ਇੰਡੀਕੇਸ਼ਨ ਨਹੀਂ ਹੈ। ਕਿਸੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸ਼ੂਗਰ ਹੈ, ਉਹ ਫਿਰ ਵੀ ਗਲੂਕੋਜ਼ਾਮਿਨ ਖਾਈ ਜਾ ਰਿਹਾ ਬਿਨਾਂ ਸਲਾਹ ਤੋਂ, ਹੈ ਨਾ। ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਆਈ ਫੀਲ ਕਿ ਇੱਕ ਮੈਡੀਕਲ ਚੈੱਕਅਪ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕਿ ਪਤਾ ਹੋਏ ਕਿ ਅਸੀਂ ਜਿਹੜੀ ਚੀਜ਼ ਖਾ ਰਹੇ ਹਾਂ ਸਾਡੇ ਲਈ ਸੇਫ ਹੈ, ਸਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਰਹੀ, ਸਾਡੀ ਸ਼ੂਗਰ ਦਾ ਲੈਵਲ ਅਪ ਡਾਊਨ ਨਹੀਂ ਕਰ ਰਹੀ, ਲਿਵਰ ਤੇ ਕਿਡਨੀ ਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਕਰ ਰਹੀ, ਸਾਨੂੰ ਨੁਕਸਾਨ ਨਾ ਕਰੇ, ਫਾਇਦਾ ਕਰੇ ਚਾਹੇ ਨਾ ਕਰੇ। ਕੋਈ ਐਸੀ ਚੀਜ਼ ਅਸੀਂ ਨਾ ਖਾਂਦੇ ਹੋਈਏ ਬਿਨਾਂ ਪੁੱਛੇ ਕਈ ਮਹੀਨਿਆਂ ਦੇ ਲਈ ਖਾਂਦੇ ਰਹੀਏ। ਕਈ ਲੋਕ ਪੇਨ ਕਿਲਰ ਬਹੁਤ ਖਾਂਦੇ, ਅਬਿਊਜ਼ ਕਰਦੇ ਪੇਨ, ਕੋਈ ਵੀ ਦਰਦ ਹੋ ਜਾਏ ਪੇਨ ਕਿਲਰ ਤਾਂ ਉਹਨਾਂ ਨੂੰ ਐ ਲੱਗਦਾ ਵੀ ਹਾਂ ਇਹ ਤਾਂ ਜ਼ਰੂਰੀ ਹੈ। ਸੋ ਉਹ ਹੈਬਿਟ ਫਾਰਮਿੰਗ ਵੀ ਹੈ। ਸੋ ਉਹਦੇ ਨਾਲ ਇਵੈਂਚੁਅਲੀ ਜਿਸ ਤਰ੍ਹਾਂ ਨੀਂਦ ਦੀ ਗੋਲੀ ਦੀ ਆਦਤ ਹੋ ਜਾਂਦੀ ਹੈ, ਉਸੇ ਤਰ੍ਹਾਂ ਪੇਨ ਕਿਲਰ ਵੀ ਹੈਬਿਟ ਫਾਰਮਿੰਗ ਹੈ। ਕਈ ਪੇਸ਼ੈਂਟਸ ਦਾ ਪੇਨ ਥ੍ਰੈਸ਼ਹੋਲਡ ਵੱਧਦੇ ਫਿਰ ਪੇਨ ਕਿਲਰ ਅਸਰ ਕਰਨਾ ਬੰਦ ਕਰ ਦਿੰਦੀ ਹੈ।
ਉਲਟਾ ਕਿਡਨੀ ਤੇ ਲਿਵਰ ਤੇ ਗਲਤ ਅਸਰ ਕਰਦੀ ਹੈ। ਸਰਦੀਆਂ ਦੇ ਵਿੱਚ ਆਮ ਤੌਰ ਤੇ ਪੇਸ਼ੈਂਟਸ ਦਾ ਪੇਨ ਕਿਲਰ ਦੀ ਯੂਜ਼ੇਜ, ਪੇਨ ਕਿਲਰ ਦੀ ਰਿਕੁਆਇਰਮੈਂਟ ਵੱਧ ਜਾਂਦੀ ਹੈ। ਟੂ ਕੀਪ ਯੋਰਸੈਲਫ ਕੰਫਰਟੇਬਲ, ਇਹਦਾ ਸੋਲੂਸ਼ਨ ਇਹ ਨਹੀਂ ਕਿ ਅਸੀਂ ਪੇਨ ਕਿਲਰਸ ਵਧਾ ਲਈਏ, ਇਹਦਾ ਸੋਲੂਸ਼ਨ ਇਹ ਹੈ ਕਿ ਅਸੀਂ रूट कॉज तक पहुँचिए, देखिए की कारण है, क्यों सिम्टम्स, क्यों दर्दा हो रही हैं, उन्होंने इलाज करिए, एक हेल्दी लाइफस्टाइल मेनटेन करिए ਤੇ पेन किलर्स ਦੀ ਯੂਜ਼ੇਜ ਨੂੰ ਘਟਾਈਏ। ਇੱਕ ਤੁਸੀਂ ਨਾ ਗੱਲ ਕਹੀ ਵੀ ਆਪਣੀ ਹੱਦ ਦੇ ਵਿੱਚ ਰਹਿ ਕੇ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਜੋ ਵੀ ਆਪਣੀ ਹੱਦ ਦੇ ਵਿੱਚ। ਤਾਂ ਮੈਨੂੰ ਇੱਕ ਪੁਰਾਣਿਆਂ ਦੀ ਜ਼ਰੂਰ, ਪੰਜਾਬੀ 'ਚ ਵੀ ਬਜ਼ੁਰਗ ਵੀ ਕਹਿੰਦੇ ਹੁੰਦੇ ਆ ਵੀ ਆਪਣੀ ਹੱਦ 'ਚ ਰਹਿ ਕੇ ਕੰਮ ਕਰਿਆ ਕਰੋ। ਉਹ ਗੱਲ ਜ਼ਰੂਰ ਮੈਨੂੰ ਯਾਦ ਆਈ ਜਦੋਂ ਤੁਸੀਂ ਇਹ ਗੱਲ ਕਹੀ। ਜੀ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ, ਆਪਣੀ ਲਿਮਿਟ ਰੈਕਗਨਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਇਟ ਇਜ਼ ਓਕੇ ਕਿ ਆਪਾਂ ਉਸ ਲਿਮਿਟ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਇਹ ਕੋਸ਼ਿਸ਼ ਕਰੀਏ ਕਿ ਅੱਜ ਹੁਣ ਮੈਂ ਇੰਨਾ ਸਟਰੋਂਗ ਹਾਂ ਤਾਂ ਮੈਂ ਕੱਲ ਨੂੰ ਥੋੜਾ ਹੋਰ ਸਟਰੈਂਥ ਵਧਾ ਲਾਂ, ਬਟ ਟੂ ਅਚੀਵ ਇਟ ਇਨ ਵਨ ਡੇ, ਇੱਕੋ ਦਿਨ 'ਚ ਵਿੱਚ ਉਹ ਕੋਸ਼ਿਸ਼ ਕਰ ਲੈਣੀ ਪੂਰੀ, ਉਹ ਠੀਕ ਨਹੀਂ। ਆਪਣੇ ਆਪ ਨੂੰ ਸੁਪਰ ਹੀਰੋ ਬਣਾਉਣ ਦੀ ਕੋਸ਼ਿਸ਼ ਨਾ ਕਰੀਏ। ਆਈ ਫੀਲ ਐਕਸਰਸਾਈਜ਼ ਕਰਨਾ ਇਜ਼ ਓਕੇ, ਬਟ ਕੋਈ ਵੀ ਚੀਜ਼ ਦਾ ਐਕਸੈਸ ਬੁਰਾ ਹੈ, ਚਾਹੇ ਉਹ ਵਰਕਆਊਟ ਹੈ, ਚਾਹੇ ਉਹ ਖਾਣਾ ਹੈ, ਚਾਹੇ ਉਹ ਐਂਟਰਟੇਨਮੈਂਟ ਹੈ, ਈਵਨ ਚਾਹੇ ਉਹ ਕੰਮ ਹੈ। ਕੰਮ ਦਾ ਵੀ ਸਟ੍ਰੈਸ ਟੂ ਐਨ ਐਕਸਟੈਂਟ ਇਜ਼ ਓਕੇ। ਪੀਪਲ ਹੂ ਆਰ ਇਨ ਸਿਟਿੰਗ ਜੌਬਸ, 12-12 8-8 ਘੰਟੇ ਉਹਨਾਂ ਦੀ ਸਿਟਿੰਗ ਜੌਬ ਹੈ, ਨਾ ਤਾਂ ਉਹ ਖੜੇ ਹੁੰਦੇ ਨੇ ਵਿੱਚ, ਨਾ ਕੋਈ ਐਕਸਰਸਾਈਜ਼ ਲਈ ਟਾਈਮ ਬਚਦਾ ਹੈ, ਥਕਾਵਟ ਇੰਨੀ ਹੋ ਜਾਂਦੀ ਹੈ, ਈਵਨ ਰੂਟੀਨ ਵਾਕ ਕਰਨ ਦੇ ਲਈ ਟਾਈਮ ਨਹੀਂ ਹੈ। ਬਟ ਆਈ ਫੀਲ ਆਪਣੇ ਆਪ ਲਈ, ਆਪਣੇ ਸਰੀਰ ਲਈ ਟਾਈਮ ਬਣਾਉਣਾ, ਦੇਰ ਇਜ਼ ਓਨਲੀ ਵਨ ਬੋਡੀ, ਜਿਹਨੂੰ ਇੱਕ ਵਾਰ ਸਾਨੂੰ ਇੱਕ ਸਰੀਰ ਮਿਲਿਆ, ਉਹਦਾ ਜੇ ਅਸੀਂ ਧਿਆਨ ਰੱਖਾਂਗੇ, ਉਸੇ ਨਾਲ ਹੀ ਪਰਿਵਾਰ ਦਾ ਧਿਆਨ ਰੱਖਿਆ ਜਾਣਾ, ਉਸੇ ਨਾਲ ਹੀ ਆਪਣੀ ਹੈਲਥ ਮੇਨਟੇਨ ਕਰਕੇ ਅਸੀਂ ਸੁਸਾਇਟੀ ਦੇ ਵਿੱਚ ਇੱਕ ਰੈਲੇਵੈਂਟ ਪੋਜੀਸ਼ਨ ਮੇਨਟੇਨ ਕਰ ਸਕਦੇ ਹਾਂ। ਇੱਕ ਨਾ ਤੁਸੀਂ ਮੈਨੂੰ ਮੇਰੇ ਦਿਮਾਗ 'ਚ ਗੱਲ ਆਈ, ਤੁਸੀਂ ਕਿਹਾ ਵੀ ਵਰਕ 'ਤੇ ਜਿਹੜੇ ਲੋਕ ਜਾਂਦੇ ਆ, ਬੈਠੇ ਰਹਿੰਦੇ ਆ, ਜ਼ਿਆਦਾਤਰ ਪੋਜੀਸ਼ਨ ਜਿਹੜੀ ਹੈ PC ਦੇ ਅੱਗੇ ਬੈਠੇ ਹੁੰਦੇ ਨੇ, ਤਾਂ ਉਹ ਪੋਜੀਸ਼ਨ ਹੀ ਉਹਨਾਂ ਦੀ ਉਹੋ ਜਿਹੀ ਸੈੱਟ ਹੋ ਜਾਂਦੀ ਹੈ। ਕਈ ਵਾਰੀ ਉਹਨਾਂ ਨੂੰ ਜੁਆਇੰਟਸ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਬੈਠੇ ਹੀ ਰਹਿਣਾ, ਸਭ ਕੁਝ ਕਰਦੇ ਰਹਿਣਾ। ਕੀ ਕੋਈ ਉਹਨਾਂ ਵਾਸਤੇ ਕੋਈ ਐਕਸਰਸਾਈਜ਼ ਜਾਂ ਕੁਛ ਹੋ ਸਕਦਾ ਵੀ ਬੈਠੇ ਬੈਠੇ, ਜਾਂ ਕੁਛ ਵੀ ਉਹਨਾਂ ਵਾਸਤੇ ਵੀ ਕੁਛ ਚੇਂਜਸ ਆ ਜਾਣ? ਬਿਲਕੁਲ, ਬਹੁਤ ਤੁਸੀਂ ਜ਼ਰੂਰੀ ਇੱਕ ਵਾਰ ਇੱਕ ਪੁਆਇੰਟ ਛੇੜਿਆ। ਆਈ ਥਿੰਕ 3 ਪੁਆਇੰਟ ਬਹੁਤ ਇੱਥੇ ਧਿਆਨ ਦੇਣ ਵਾਲੀ ਗੱਲ ਹੈ। ਪਹਿਲੀ ਗੱਲ, ਪੀਪਲ ਹੂ ਆਰ ਸੈਡੈਂਟਰੀ, ਜਿਹੜੇ ਕਿ ਬਹੁਤਾ ਬੈਠ ਕੇ ਕੰਮ ਕਰਦੇ ਨੇ, ਉਹਦੇ 'ਚ ਮੋਸਟਲੀ ਸਾਰੇ ਅਸੀਂ ਲੋਕ ਬੈਠਣ ਵਾਲੇ, ਸਾਰਿਆਂ ਦਾ ਕੰਮ ਬੈਠ ਕੇ ਹੀ ਹੈ। ਆਫਿਸ ਵਰਕਰਸ ਹੀ ਹੈ, ਚਾਹੇ ਡਾਕਟਰਸ ਹੈ, ਚਾਹੇ ਇੰਜੀਨੀਅਰਸ ਹੈ, ਚਾਹੇ ਕੰਪਿਊਟਰ ਸਾਇੰਟਿਸਟ ਹੈ, ਕੁਝ ਵੀ, ਜਿਨ੍ਹਾਂ ਦਾ ਸਾਰਿਆਂ ਦਾ ਕੰਮ ਬੈਠ ਕੇ ਹੀ ਹੁੰਦਾ। ਬੈਂਕ ਦੇ ਵਿੱਚ ਜਿੰਨੇ ਲੋਕ ਲੱਗੇ ਨੇ, ਫਾਈਨੈਂਸ ਦੇ ਵਿੱਚ, ਆਫਿਸ ਵਰਕਰਸ, ਮੋਸਟ ਆਫ ਦ ਪੀਪਲ। ਸੋ ਫਰਸਟ ਪੁਆਇੰਟ ਇਜ਼ ਕਿ ਰੈਗੂਲਰ ਐਕਸਰਸਾਈਜ਼, ਐਟਲੀਸਟ अर्ਲੀ ਮਾਰਨਿੰਗ ਵਾਕ, ਜਿਹਦੇ ਨਾਲ ਇੱਕ ਵਾਰ ਬੋਡੀ ਵਾਰਮ ਅਪ ਹੋ ਜਾਏ, ਬੇਜ਼ਲ ਮੈਟਾਬੋਲਿਕ ਰੇਟ ਪੁਸ਼ ਹੋ ਜਾਏ, ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਆ ਜਾਏ ਜਿਹੜਾ ਕਿ ਸਾਰਾ ਦਿਨ ਸਾਨੂੰ ਐਕਟਿਵ ਰੱਖੇ। ਦੂਸਰਾ, ਸਿਟਿੰਗ ਜੌਬ ਜਿਹੜੀ ਕਰਨੀ ਉਹ ਤਾਂ ਕਰਨੀ ਹੈ, ਪਰ ਉਹਦੇ ਲਈ ਐਰਗੋਨੋਮਿਕਸ ਠੀਕ ਹੋਣੇ ਬਹੁਤ ਜ਼ਰੂਰੀ ਹੈ। ਆਪਣੇ ਟੇਬਲ ਦੀ ਹਾਈਟ, ਆਪਣੇ ਚੇਅਰ ਦੀ ਹਾਈਟ, ਜੇ PC ਯੂਜ਼ ਕਰਦੇ ਹੋ ਤਾਂ PC ਦਾ ਲੈਵਲ, ਕੀਬੋਰਡ ਦਾ ਲੈਵਲ, ਐਵਰੀਥਿੰਗ ਹੈਜ਼ ਟੂ ਬੀ ਵੈਰੀ ਵੈਰੀ ਕਰੈਕਟ। ਐਰਗੋਨੋਮਿਕਸ ਅੱਜ ਕੱਲ੍ਹ ਸੈੱਟ ਕਰਨੇ ਬਹੁਤ ਮੁਸ਼ਕਿਲ ਨਹੀਂ, ਸਾਰੀ ਇਨਫੋਰਮੇਸ਼ਨ ਆਨਲਾਈਨ ਅਵੇਲੇਬਲ ਹੈ। ਵੀ ਨੋ ਕਿ ਕਿਹੜੇ ਐਂਗਲ ਤੇ ਕੀਬੋਰਡ ਹੋਣਾ ਚਾਹੀਦਾ ਹੈ, ਰਿਸਟ ਲੈਵਲ ਤੇ, ਆਈ ਲੈਵਲ ਤੇ ਮੋਨੀਟਰ ਹੋਣਾ ਚਾਹੀਦਾ ਹੈ, ਤਾਂ ਕਿ ਸਾਡੇ ਸ਼ੋਲਡਰਸ ਇਸ ਤਰ੍ਹਾਂ ਹੰਚ ਨਾ ਕਰਨ ਜਦੋਂ ਅਸੀਂ ਕੰਪਿਊਟਰ ਤੇ ਟਾਈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਟ ਸ਼ੁੱਡ ਬੀ ਕੰਫਰਟੇਬਲ ਪੋਸਚਰ। ਅੱਖ ਬਹੁਤ ਜ਼ਿਆਦਾ ਉੱਪਰ ਜਾਂ ਬਹੁਤ ਜ਼ਿਆਦਾ ਨੀਚੇ ਨਾ ਹੋਏ, ਜਿਸ ਤਰ੍ਹਾਂ ਲੈਪਟਾਪ ਤੇ ਕਈ ਲੋਕ ਯੂਜ਼ੇਜ ਆਮ ਤੌਰ ਤੇ ਅਸੀਂ ਦੇਖਦੇ ਹਾਂ। ਸੋ ਇਟ ਇਜ਼ ਪ੍ਰੋਬੇਬਲੀ ਬੈਟਰ ਕਿ ਇੱਕ ਲੈਪਟਾਪ ਨੂੰ ਐਲੀਵੇਟਡ ਪੋਜੀਸ਼ਨ ਤੇ ਰੱਖ ਕੇ ਇੱਕ ਐਕਸਟਰਨਲ ਕੀਬੋਰਡ ਤੇ ਮਾਊਸ ਯੂਜ਼ ਕੀਤਾ ਜਾਏ। ਜੇ ਲੈਪਟਾਪ ਯੂਜ਼ ਕਰਨਾ ਹੈ ਤੇ ਲੈਪਟਾਪ ਦਾ ਡਿਸਪਲੇ ਯੂਜ਼ ਕੀਤੇ ਬਿਨਾ ਇੱਕ ਐਕਸਟਰਨਲ ਡਿਸਪਲੇ ਯੂਜ਼ ਕਰਕੇ ਉਹਨੂੰ ਆਈ ਲੈਵਲ ਦੇ ਉੱਪਰ ਰੱਖਿਆ ਜਾਏ, ਜਿਹਦੇ ਨਾਲ ਕਿ ਨੈਕ ਦੇ ਉੱਪਰ ਸਟ੍ਰੇਨ ਨਾ ਪਏ। ਸੋ ਐਰਗੋਨੋਮਿਕਸ, ਸੋ ਰਾਈਟ ਸਿਟਿੰਗ ਪੋਸਚਰ, ਮਤਲਬ ਕਿ ਕਿਸ ਤਰ੍ਹਾਂ ਅਸੀਂ ਬੈਠ ਕੇ ਘੰਟੇ 'ਚ ਕੰਮ ਕਰਨਾ ਹੈ ਤੇ ਸਾਡਾ ਜਿਹੜਾ ਸਿਟਿੰਗ ਪੋਸਚਰ ਹੈ ਉਹ ਠੀਕ ਹੋਣਾ ਬਹੁਤ ਜ਼ਰੂਰੀ ਹੈ। ਤੀਸਰਾ, ਆਈ ਥਿੰਕ ਅ ਵੈਰੀ ਇੰਪੋਰਟੈਂਟ ਪੁਆਇੰਟ ਇਜ਼ ਟੂ ਟੇਕ ਫ੍ਰੀਕੁਐਂਟ ਬ੍ਰੇਕਸ। ਅਸੀਂ ਘੰਟੇ ਬੈਠ ਕੇ ਕੰਮ ਨਾ ਕਰੀਏ, ਚਾਹੇ ਟੀ ਬ੍ਰੇਕ ਹੈ, ਚਾਹੇ ਕਿਸੇ ਕਲੀਗ ਨੂੰ ਮਿਲਣ ਚਲੇ ਗਏ, ਚਾਹੇ ਬਾਹਰ ਇੱਕ ਛੋਟੀ ਜਿਹੀ 5 ਮਿੰਟ ਦੀ ਵਾਕ ਕਰਨ ਚਲੇ ਗਏ, ਚਾਹੇ ਲੰਚ ਲਈ ਉੱਠ ਗਏ, ਚਾਹੇ ਵਿੱਚੋਂ ਚਾਹ ਦੇ ਲਈ ਉੱਠ ਗਏ, ਕਿਸੇ ਵੀ ਤਰ੍ਹਾਂ ਕਰਕੇ 1-1.5 ਘੰਟੇ ਬਾਅਦ 10 ਤੋਂ 15 ਮਿੰਟ ਦੀ ਬ੍ਰੇਕ ਲੈਣੀ ਬਹੁਤ ਜ਼ਰੂਰੀ ਹੈ। ਤੇ ਉਸ ਬ੍ਰੇਕ ਨੂੰ ਅਸੀਂ ਅੱਛੀ ਚੀਜ਼ ਦੇ ਲਈ ਯੂਜ਼ ਕਰੀਏ। ਨੈਕ ਦੀ ਸਟ੍ਰੈਚਿੰਗ, ਜੁਆਇੰਟਸ ਦੀ ਸਟ੍ਰੈਚਿੰਗ, ਥੋੜੀ ਠੰਡੀ ਅੱਛੀ ਹਵਾ, ਕਿਸੇ ਰਿਲੇਟਿਵ ਦੇ ਨਾਲ, ਕਿਸੇ ਦੋਸਤ ਦੇ ਨਾਲ ਗੱਲ ਕਰਕੇ ਥੋੜਾ ਜਿਹਾ ਮਾਈਂਡ ਰਿਲੈਕਸ ਕਰਨ ਦੀ ਕੋਸ਼ਿਸ਼ ਕਰੀਏ। ਥੋੜਾ ਕੋਈ ਲਾਈਟ ਮਿਊਜ਼ਿਕ ਸੁਣ ਲਈਏ, ਕੋਈ ਇਸ ਤਰ੍ਹਾਂ ਦੀ ਚੀਜ਼ ਜਿਹਦੇ ਨਾਲ ਬਾਡੀ ਮਾਈਂਡ ਰਿਲੈਕਸ ਵੀ ਹੋ ਜਾਣ। ਉਸ 10-15 ਮਿੰਟ ਦੀ ਵਾਕ, ਥੋੜੀ ਬਹੁਤ ਸਟੇਅਰਸ ਦੀ ਯੂਜ਼ੇਜ, ਥੋੜੀ ਮੋਬਿਲਾਈਜੇਸ਼ਨ, ਤਾਂ ਕਿ ਸਾਡਾ ਸਰੀਰ ਹਰਕਤ 'ਚ ਰਹੇ। ਕੰਟੀਨਿਊਸਲੀ ਘੰਟੇ ਬੈਠੇ ਰਹਿਣਾ ਕੋਈ ਬਹੁਤ ਅੱਛੀ ਗੱਲ ਨਹੀਂ। ਆਈ ਫੀਲ ਕਿ 1.5 ਤੋਂ 2 ਘੰਟੇ ਦੇ ਬਾਅਦ ਇੱਕ 10 ਤੋਂ 15 ਮਿੰਟ ਦੀ ਬ੍ਰੇਕ ਲੈਣੀ ਹਰੇਕ ਆਫਿਸ ਵਰਕਰ ਲਈ ਮੈਂਡੇਟਰੀ ਹੋਣੀ ਚਾਹੀਦੀ ਹੈ। ਮਤਲਬ ਐਵਰੀਬਡੀ ਸ਼ੁੱਡ ਬੀ ਥਿੰਕਿੰਗ ਕਿ ਅਸੀਂ 1-1.5 ਘੰਟੇ ਤੋਂ ਬਾਅਦ, 2 ਘੰਟੇ ਤੋਂ ਬਾਅਦ 10-15 ਮਿੰਟ ਉੱਠ ਕੇ ਸਰੀਰ ਨੂੰ ਹਰਕਤ 'ਚ ਜ਼ਰੂਰ ਲੈ ਕੇ ਆਉਣਾ ਹੈ। ਵਾਕ ਕਰਨੀ ਹੈ, ਥੋੜਾ ਪਾਣੀ ਪੀਣਾ ਹੈ, ਟਾਇਲਟ ਜਾਣਾ ਹੈ, ਕਿਸੇ ਨਾਲ ਗੱਲ ਕਰਨੀ ਹੈ, ਥੋੜਾ ਜਿਹਾ ਮਾਈਂਡ ਨੂੰ ਵੀ ਰਿਲੈਕਸ ਕਰਨਾ ਹੈ ਤੇ ਬਾਡੀ ਨੂੰ ਵੀ ਮੋਬਾਈਲ ਕਰਨਾ ਹੈ।
ਇੱਕ ਚਲੋ ਹੁਣ ਜੁਆਇੰਟਸ ਪੇਨ ਤੇ ਦੁਬਾਰਾ ਆ ਜਾਂਦੇ ਆ। ਜੇ ਗੱਲ ਕਰਦੇ ਹਾਂ ਅਸੀਂ ਨੀ ਪੇਨ ਦੀ, ਗੋਡਿਆਂ ਦੇ ਦਰਦ ਦੀ ਗੱਲ ਕਰ ਲਈਏ ਤੇ ਆਇਆ ਕਿੱਥੋਂ? ਜੇ ਕਿਉਂਕਿ 15-20 ਸਾਲ ਪਹਿਲਾਂ ਜੇ ਆਪਾਂ ਪੁਰਾਣੇ ਆਪਣੇ ਬਜ਼ੁਰਗਾਂ ਨੂੰ ਦੇਖੀਏ ਤਾਂ ਉਹ ਤਾਂ ਕਦੇ ਸੁਣਿਆ ਹੀ ਨਹੀਂ ਸੀਗਾ। ਜੀ, ਲੋਟ ਆਫ ਥਿੰਗਸ ਹੈਵ ਹੈਪਨਡ। ਇਹ ਪ੍ਰਾਇਮਰੀਲੀ ਆਈ ਫੀਲ ਕਿ ਲਾਈਫਸਟਾਈਲ ਡਿਜ਼ੀਜ਼ ਹੈ। ਸੋ ਫੂਡ ਦੇ ਵਿੱਚ ਅਡਲਟ੍ਰੇਸ਼ਨ, ਪੋਲਿਊਸ਼ਨ, ਮੈਂਟਲ ਸਟ੍ਰੈਸ, ਅਰਬਨ ਲਿਵਿੰਗ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਡਿਜ਼ੀਜ਼ ਬਰਡਨ ਬਹੁਤ ਹਾਈ ਹੁੰਦਾ ਜਾ ਰਿਹਾ। ਸੈਕੰਡਲੀ ਬਿਕੋਜ਼ ਆਫ ਇਨਕਰੀਜ਼ਡ ਕੁਆਲਿਟੀ ਆਫ ਲਾਈਫ, ਇਨਕਰੀਜ਼ਡ ਲੌਂਜੀਵਿਟੀ। ਹੁਣ ਆਮ ਜਿਹੜੀ ਐਵਰੇਜ ਏਜ ਹੈਗੀ ਹੈ, ਐਵਰੇਜ ਏਜ ਵੱਧ ਗਈ ਹੈ। ਸੋ ਜਿਹੜੀ ਪ੍ਰੋਬਲਮ ਹੁਣ ਅਸੀਂ ਪਹਿਲਾਂ ਨਹੀਂ ਸੀ ਦੇਖ ਰਹੇ ਬਜ਼ੁਰਗਾਂ ਦੇ ਵਿੱਚ, ਉਹ ਵੀ ਆਰ ਸੀਇੰਗ ਇਟ। ਦ ਓਨਲੀ ਅਲਾਰਮਿੰਗ ਥਿੰਗ ਇਜ਼ ਕਿ ਆਰਥਰਾਈਟਿਸ ਇਜ਼ ਨਾਓ ਬੀਇੰਗ ਸੀਨ। ਅਸੀਂ ਇਹ ਘੱਟ ਏਜ ਦੇ ਵਿੱਚ ਦੇਖਣਾ ਸ਼ੁਰੂ ਕਰ ਰਹੇ ਹਾਂ। 50 ਸਾਲ 55 ਸਾਲ ਦੇ ਵਿੱਚ ਆਮ ਲੋਕਾਂ ਦਾ ਗੋਡਿਆਂ ਦਾ ਦਰਦ ਬਹੁਤ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਈਵਨ 55 ਦੇ ਵਿੱਚ ਕਈ ਪੇਸ਼ੈਂਟਸ ਦਾ ਉਸ ਤੋਂ ਪਹਿਲਾਂ ਵੀ ਆਪਰੇਸ਼ਨ ਦੀ ਵੀ ਨੌਬਤ ਆ ਜਾਂਦੀ। ਸੋ ਇਹਨੂੰ ਪ੍ਰੀਵੈਂਟ ਕਰਨ ਦੇ ਲਈ ਆਈ ਥਿੰਕ ਜੋ ਅਸੀਂ ਕਰ ਸਕਦੇ ਹਾਂ, ਇਟ ਇਜ਼ ਟੂ ਪੇ ਅਟੈਂਸ਼ਨ ਟੂ ਆਰ ਜੁਆਇੰਟ ਹੈਲਥ। ਅਸੀਂ ਆਪਣੀ ਸਪਲੀਮੈਂਟੇਸ਼ਨ ਪੂਰੀ ਰੱਖੀਏ, ਰੈਗੂਲਰ ਕੈਲਸ਼ੀਅਮ ਇਨਟੇਕ, ਅੱਛੀ ਤਰ੍ਹਾਂ ਆਪਣੀ ਐਕਸਰਸਾਈਜ਼, ਮੋਬਿਲਾਈਜੇਸ਼ਨ, ਇੱਕ ਹੈਲਦੀ ਵੇਟ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਓਵਰਵੇਟ ਮਤਲਬ ਹੋ ਜਾਣਾ ਜਾਂ ਉਸ ਦਾ ਜੁਆਇੰਟ ਦੇ ਉੱਪਰ ਜਿਹੜਾ ਅਸਰ ਹੈ ਉਹ ਬਹੁਤ ਨੈਗੇਟਿਵ ਹੈ। ਸੋ ਆਪਣਾ ਇੱਕ ਹੈਲਦੀ ਵੇਟ ਮੇਨਟੇਨ ਕਰਨਾ, ਇੱਕ ਹੈਲਦੀ ਡਾਇਟ ਮੇਨਟੇਨ ਕਰਨੀ, ਬਹੁਤ ਜ਼ਿਆਦਾ ਸਪਲੀਮੈਂਟਸ 'ਤੇ ਵੀ ਫੋਕਸ ਨਹੀਂ ਕਰਨਾ। ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਜਿੰਨਾ ਕੈਲਸ਼ੀਅਮ, ਜਿੰਨਾ ਪ੍ਰੋਟੀਨ, ਜਿੰਨੇ ਮਲਟੀਵਾਈਟਾਮਿਨਸ ਅਸੀਂ ਹੈਲਦੀ ਇੱਕ ਡਾਇਟ ਤੋਂ ਲੈ ਸਕਦੇ ਹਾਂ, ਉਹਨਾਂ ਡਾਇਟ ਤੋਂ ਲੈਣ ਦੀ ਕੋਸ਼ਿਸ਼ ਕਰੀਏ, ਬਜਾਏ ਕਿ ਪਾਊਡਰਸ ਜਾਂ ਜਿਮ ਸਪਲੀਮੈਂਟਸ ਜਾਂ ਪ੍ਰੀ ਵਰਕਆਊਟ ਸਪਲੀਮੈਂਟਸ ਜਾਂ ਵੇ ਪ੍ਰੋਟੀਨ, ਇਹਨਾਂ ਚੀਜ਼ਾਂ ਦਾ ਯੂਜ਼ੇਜ ਘੱਟ ਤੋਂ ਘੱਟ ਹੋਣਾ ਚਾਹੀਦਾ। ਜ਼ਿਆਦਾ ਕਰਕੇ ਯੂਜ਼ੇਜ ਡਾਇਟ ਦੇ ਵਿੱਚੋਂ ਅਸੀਂ ਸਾਰੇ ਨਿਊਟ੍ਰੀਐਂਟਸ ਲੈਣ ਦੀ ਕੋਸ਼ਿਸ਼ ਕਰੀਏ। ਧੰਨਵਾਦ ਜੀ ਤੁਹਾਡਾ, ਬਹੁਤ ਚੰਗਾ ਲੱਗਿਆ ਗੱਲ ਕਰਕੇ ਜੀ। ਆਈ ਐਮ ਗਲੈਡ ਕਿ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਕਿ ਤੁਹਾਡੇ ਨਾਲ, ਆਪਣੇ ਵਿਊਅਰਸ ਦੇ ਨਾਲ ਅੱਜ ਅਸੀਂ ਇਹ ਗੱਲ 'ਤੇ ਗੱਲ ਕਰ ਪਾਏ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅੱਛੀ ਹੈਲਥ ਵਿਸ਼ ਕਰਦਾ ਕਿ ਇਹ ਸਰਦੀਆਂ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਅੱਛੀਆਂ ਰਹਿਣ, ਤੁਸੀਂ ਇੱਕ ਦਰਦ ਮੁਕਤ ਜੀਵਨ ਬਤੀਤ ਕਰ ਸਕੋ। ਸੋ ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕਰਕੇ ਹਟੇ ਹਾਂ, ਉਮੀਦ ਹੈ ਤੁਸੀਂ ਸਾਰੀ ਗੱਲਬਾਤ ਜਿਹੜੀ ਸੁਣ ਹੀ ਲਈ ਹੋਏਗੀ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਜ਼ਰੂਰ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।